ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਗੁਰਤਾ ਗੱਦੀ ਤੇ ਸੁਭਾਏ ਮਾਨ। ਰਾਜਾਨ ਰਾਜ ਪਾਹਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸਰਬ ਕਲਾ ਸਮਰੱਥ ਧੰਨ 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 ਸਤਿਗੁਰੂ ਗਰੀਬ ਨਵਾਜ ਅੰਤਰਜਾਮੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸਿੱਖ ਸੰਗਤਾਂ ਪ੍ਰੇਮ ਵਿੱਚ ਆ ਕੇ ਅਦਬ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਭਾਗਾਂ ਵਾਲਾ ਦਿਨ ਚੜ੍ਹਿਆ ਹੈ। ਖੁਸ਼ੀਆਂ ਭਰਿਆ ਦਿਨ ਚੜ੍ਹਿਆ ਹੈ ਜੋ ਅੱਜ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਮੁੱਢ ਤੋਂ ਮੈਨੂੰ ਆਪਣੇ ਜੀਵਨ ਵਿੱਚ ਦੂਸਰੀ ਵਾਰ ਕਰਨ ਦਾ ਸੁਭਾਗ ਸਮਾਂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਾਹਿਬ ਜੀ ਦਾ ਬੇਅੰਤ ਵਾਰ ਬੇਅੰਤ ਵਾਰ ਬੇਅੰਤ ਵਾਰ ਸ਼ੁਕਰ ਹੈ। ਸਾਧ ਸੰਗਤ ਜੀ ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਆਪਾਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਸ ਦੀ ਕਥਾ ਸਰਵਣ ਕੀਤੀ। ਇਤਿਹਾਸ ਵਿੱਚ ਸਭ ਤੋਂ ਪਹਿਲਾਂ ਜਿਹੜੀ ਕਥਾ ਸੀ ਗੁਰੂ ਪਿਆਰ ਵਾਲਿਓ
ਸਭ ਤੋਂ ਪਹਿਲੀ ਕਥਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਆਗਿਆ ਲੈ ਕੇ ਭਾਈ ਬਾਲਾ ਜੀ ਨੇ ਕੀਤੀ ਸੀਗੀ, ਜਿਹੜੀ ਪਹਿਲੀ ਕਥਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਲਿਖਾਰੀ ਲਾਇਆ ਸੀ ਭਾਈ ਪੈੜਾ ਮੋਖਾ ਜੀ ਨੂੰ। ਭਾਈ ਪੈੜਾ ਮੋਖਾ ਜੀ ਲਿਖਦੇ ਗਏ ਸਨ, ਭਾਈ ਬਾਲਾ ਜੀ ਉਚਾਰਨ ਕਰਦੇ ਗਏ ਸਨ। ਸਭ ਤੋਂ ਵੱਡੇ ਪੱਧਰ ਦੀ ਜਿਹੜੀ ਕਥਾ ਸੀਗੀ ਉਹ ਪਹਿਲੀ ਕਥਾ ਸੀ, ਔਰ ਖਡੂਰ ਸਾਹਿਬ ਦੀ ਧਰਤੀ 'ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਰੀ ਕਥਾ ਹੋਈ ਹੈ। ਔਰ ਜਿਹਨੂੰ ਸਾਧ ਸੰਗਤ ਜੀ ਭਾਈ ਬਾਲਾ ਜੀ ਦੀ ਜਨਮ ਸਾਖੀ ਵੀ ਗੁਰੂ ਪਿਆਰ ਵਾਲੇ ਕਹਿੰਦੇ ਹੈ। ਭਾਈ ਬਾਲਾ ਜੀ ਦੀ ਜਨਮ ਸਾਖੀ ਸਮੇਂ ਦੇ ਨਾਲ ਕੁਝ ਤੱਤਾਂ ਨੇ, ਕੁਝ ਵਿਰੋਧੀ ਲੋਕਾਂ ਨੇ ਭਾਈ ਬਾਲਾ ਜੀ ਦੀ ਜਿਹੜੀ ਪੁਰਾਤਨ ਜਨਮ ਸਾਖੀ ਸੀ ਉਹ ਅਲੋਪ ਕਰ ਦਿੱਤੀ, ਗੁਪਤ ਕਰ ਦਿੱਤੀ। ਆਪਣੇ ਵੱਡਿਆਂ ਵਡੇਰਿਆਂ ਦੀਆਂ ਜਿਹੜੀਆਂ ਸਿਫਤਾਂ ਸਨ ਉਹ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਲਿਖ ਦਿੱਤੀਆਂ ਜੀ, ਜਿਹਦੇ ਵਿੱਚ ਕੁਝ ਹਿੰਦਾਲੀਏ ਸਨ। ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਜਿੱਥੇ ਪਹੁੰਚੇ ਉੱਥੇ ਹਿੰਦਾਲ ਜੀ ਪਹੁੰਚੇ। 10 ਪਾਤਸ਼ਾਹੀਆਂ 'ਚੋਂ ਬਾਕੀ 9 ਪਾਤਸ਼ਾਹ ਨਹੀਂ ਸੀ ਪਹੁੰਚੇ। ਬੜਾ ਵੱਡਾ ਭੁਲੇਖਾ ਪਾ ਦਿੱਤਾ ਗਿਆ ਸੀਗਾ। ਮੈਂ ਥੋੜ੍ਹੀ ਜਿਹੀ ਭੂਮਿਕਾ ਕਹਿ ਕੇ ਆਪਾਂ ਕਥਾ ਆਰੰਭ ਕਰਨੀ ਹੈ। ਪਿਆਰੇ ਪਿਆਰ ਵਾਲੇ ਸੱਜਣ ਜਿਹੜੇ ਸਨ ਉਹ ਭਾਈ ਬਾਲਾ ਜੀ ਦੀ ਜਨਮ ਸਾਖੀ ਪੜ੍ਹ ਕੇ ਥੋੜ੍ਹੇ ਜਿਹੇ ਚਿੰਤਾ ਵਿੱਚ ਪੈ ਜਾਂਦੇ ਸਨ, ਕਿਉਂਕਿ ਉਹ ਅਸਲ ਨਹੀਂ ਸੀ। ਤੇ ਉਹਨਾਂ ਦਿਨਾਂ ਵਿੱਚ ਹੀ ਸਾਧ ਸੰਗਤ ਜੀ ਇਸ ਧਰਤੀ 'ਤੇ ਵਿੱਦਿਆ ਦੇ ਅਵਤਾਰ ਹੀ ਮਾਨੋ ਭਾਈ ਸੰਤੋਖ ਸਿੰਘ ਜੀ ਦਾ ਜਨਮ ਹੋਇਆ ਬੂੜੀਆ ਪਿੰਡ ਵਿੱਚ। ਨੂਰ ਦੀ ਸਰਾਂ, ਅੱਡਾ ਨੂਰ ਦੀ ਸਰਾਂ ਸਾਧ ਸੰਗਤ ਜੀ ਉੱਥੇ ਪਿੰਡ ਹੈ ਬੂੜੀਆ, ਜਿਹਦਾ ਅੱਜ ਨਾਮ ਹੈ ਕਿਲ੍ਹਾ ਕਵੀ ਸੰਤੋਖ ਸਿੰਘ ਜੀ, ਉਸ ਪਿੰਡ ਦਾ ਨਾਮ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਪਨ ਤੋਂ ਬੜੇ ਚਤੁਰ, ਬੜੇ ਬੁੱਧੀਮਾਨ ਤੇ ਅਧਿਆਤਮਕ ਪੁਰਸ਼ ਸਨ। ਭਾਈ ਸੰਤੋਖ ਸਿੰਘ ਜੀ ਔਰ ਦੱਸਦੇ ਆ ਇਹਨਾਂ ਨੇ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਦੇ ਕੋਲੋਂ ਪਿਆਰਿਓ ਵਿੱਦਿਆ ਪ੍ਰਾਪਤ ਕੀਤੀ। ਤੁਸੀਂ ਨਾਨਕ ਪ੍ਰਕਾਸ਼ ਗ੍ਰੰਥ ਦਾ ਭੋਗ ਸਰਵਣ ਕੀਤਾ ਸੀ। ਕਵੀ ਜੀ ਨੇ ਆਪ ਆਪਣੇ ਵਿੱਦਿਆ ਦਾਤੇ ਦਾ ਨਾਮ ਲਿਖਿਆ ਸੀ। ਗਿਆਨੀ ਸੰਤ ਸਿੰਘ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਔਰ ਆਲਮ ਤੇ ਅਮਲ ਦੋਵੇਂ ਹੀ ਸਨ। ਪਿਆਰਿਓ ਆਲਮ ਕਿਹਨੂੰ ਕਹਿੰਦੇ ਆ? ਆਲਮ ਕਹਿੰਦੇ ਆ ਵਿਦਵਾਨ ਨੂੰ, ਤੇ ਅਮਲ ਕਹਿੰਦੇ ਆ ਜਿਹੜੀ ਵਿੱਦਿਆ ਪੜ੍ਹੀ ਹੋਵੇ ਉਹਦੇ ਅਨੁਸਾਰੀ ਜਿਹੜਾ ਹੋ ਜਾਵੇ ਉਹਨੂੰ ਅਮਲ ਕਹਿੰਦੇ। ਤੇ ਗਿਆਨੀ ਸੰਤ ਸਿੰਘ ਜੀ ਆਲਮ ਵੀ ਸਨ ਤੇ ਗਿਆਨੀ ਸੰਤ ਸਿੰਘ ਜੀ ਅਮਲ ਵੀ ਸਨ ਜੀ। ਉਹਨਾਂ ਦੀ ਸੰਗਤ ਵਿੱਚ ਰਹੇ ਆ। ਕਵੀ ਸੰਤੋਖ ਸਿੰਘ ਜੀ ਵਿੱਦਿਆ ਪੜ੍ਹੀ ਹੈ, ਔਰ ਕਵੀ ਸੰਤੋਖ ਸਿੰਘ ਜੀ ਦੇ ਅੰਦਰ ਗੁਰੂ ਸਾਹਿਬਾਂ ਦੇ ਪ੍ਰਤੀ ਸ਼ਰਧਾ ਬੜੀ ਹੈ। ਸਤਿਗੁਰਾਂ ਦੇ ਪ੍ਰਥਾਏ ਪਿਆਰ ਬੜਾ ਹੈ ਕਵੀ ਸੰਤੋਖ ਸਿੰਘ ਜੀ ਦਾ, ਔਰ ਇੰਨਾ ਜ਼ਿਆਦਾ ਪਿਆਰ ਹੈ ਜਦੋਂ ਅਸੀਂ ਸ਼੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੀ ਰਚਨਾ ਨੂੰ ਪੜ੍ਹਦੇ ਹਾਂ, ਇਹਦੀ ਕਥਾ ਸੁਣਦੇ ਹਾਂ, ਹਿਰਦਾ ਸਤਿਗੁਰਾਂ ਦੇ ਪਿਆਰ ਦੇ ਨਾਲ ਭਰਪੂਰ ਹੋ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਦਾ ਅਥਾਹ ਪਿਆਰ ਹੈ। ਕਵੀ ਸੰਤੋਖ ਸਿੰਘ ਜੀ ਦਾ 10 ਪਾਤਸ਼ਾਹੀਆਂ ਉੱਤੇ ਪੂਰਨ ਨਿਸ਼ਚਾ ਹੈ, ਔਰ ਕਵੀ ਸੰਤੋਖ ਸਿੰਘ ਜੀ 10 ਪਾਤਸ਼ਾਹੀਆਂ ਨੂੰ ਹਾਜ਼ਰ ਨਾਜ਼ਰ ਮੰਨਣ ਵਾਲੇ ਸਨ। ਇੱਕ ਪੰਕਤੀ ਆਪਾਂ ਪੜ੍ਹਦੇ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇੱਕ ਪੰਕਤੀ ਆਪਾਂ ਪੜ੍ਹਦੇ ਹਾਂ ਤੇ ਰਾਗੀ ਸਿੰਘ ਇਸ ਪੰਕਤੀ ਦਾ ਕੀਰਤਨ ਕਰ ਦਿੰਦੇ ਆ। ਪਾਠੀ ਸਿੰਘ ਗ੍ਰੰਥੀ ਸਿੰਘ ਕਥਾਵਾਚਕ ਇਹਦਾ ਪ੍ਰਮਾਣ ਦੇ ਦਿੰਦੇ ਆ। ਪਰ ਪਿਆਰਿਓ ਸੱਚ ਹੈ, ਇਹ ਅਵਸਥਾ ਕਿਸੇ ਵਿਰਲੇ ਕੋਲ ਹੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਈ ਸੰਤੋਖ ਸਿੰਘ ਜੀ ਸਾਧ ਸੰਗਤ ਜੀ ਆਪਾਂ ਪੰਕਤੀ ਪੜ੍ਹਦੇ ਹਾਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਜੋ ਸਭ ਮਹਿ ਰਹਿਆ ਸਮਾਏ। ਕਵੀ ਸੰਤੋਖ ਸਿੰਘ ਜੀ ਨੇ ਸਾਧ ਸੰਗਤ ਜੀ ਇਸ ਗੱਲ ਨੂੰ ਕੇਵਲ ਪੜ੍ਹਿਆ ਹੀ ਨਹੀਂ ਹੈ, ਕਵੀ ਸੰਤੋਖ ਸਿੰਘ ਜੀ ਨੇ
ਇਸ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕੀਤਾ ਹੈ। ਕਵੀ ਸੰਤੋਖ ਸਿੰਘ ਦਸਾਂ ਪਾਤਸ਼ਾਹੀਆਂ ਜੀ ਦੀ ਹਾਜ਼ਰੀ ਵਿੱਚ ਰਹਿੰਦੇ ਸਨ। ਔਰ ਮੈਂ ਇਹ ਵੀ ਬੇਨਤੀ ਕਰਾਂ, ਕਵੀ ਸੰਤੋਖ ਸਿੰਘ ਨੂੰ ਕੇਵਲ ਕਵੀ ਨਾ ਲਿਓ, ਇਹ ਮਹਾਨ ਕਵੀ ਸੰਤੋਖ ਸਿੰਘ ਜੀ ਸੰਤ ਸੰਤੋਖ ਸਿੰਘ ਹਨ। ਇਹਨਾਂ ਦਾ ਜਿਹੜਾ ਜੀਵਨ ਹੈ ਉਹ ਸੰਤਾਂ ਵਾਲਾ ਹੈ, ਗੁਰਮੁਖਾਂ ਵਾਲਾ ਜੀਵਨ ਹੈ। ਤੇ ਦਾਸ ਆਪ ਜੀ ਦੇ ਚਰਨਾਂ 'ਚ ਇੱਕ ਉਦਾਹਰਣ ਦਏਗਾ ਭਾਈ ਸੰਤੋਖ ਸਿੰਘ ਜੀ ਕਿਵੇਂ ਗੁਰੂ ਸਾਹਿਬਾਂ ਨੂੰ ਆਪਣੇ ਹਾਜ਼ਰ ਨਾਜ਼ਰ ਸਮਝਦੇ ਹੈ। ਕਿੰਨਾ ਪਿਆਰ ਹੈ ਭਾਈ ਸੰਤੋਖ ਸਿੰਘ ਜੀ ਦਾ ਸਤਿਗੁਰਾਂ ਦੇ ਨਾਲ। ਉਹ ਸਾਧ ਸੰਗਤ ਦੀ ਇੱਕ ਪ੍ਰਮਾਣ ਉਦਾਹਰਣ ਸੁਣ ਲਓ। ਜਦੋਂ ਇਹ ਸਾਰਾ ਗ੍ਰੰਥ ਸੰਪੂਰਨ ਹੋ ਗਿਆ ਨਾ, ਚੇਤ ਵਿੱਚ ਇਹਦੀ ਸੰਪੂਰਨਤਾ ਹੋਣੀ ਸੀ, ਤੇ ਉਹਨਾਂ ਦਿਨਾਂ ਵਿੱਚ ਭਾਰਤ ਵਿੱਚ ਹਿਲਜੁਲ ਸ਼ੁਰੂ ਹੋ ਗਈ। ਜਦੋਂ ਭਾਰਤ ਵਰਸ਼ ਵਿੱਚ ਹਿਲਜੁਲ ਸ਼ੁਰੂ ਹੋਈ, ਲੁੱਟ ਖਸੁੱਟ ਮਚ ਗਈ। ਲੋਕ ਲੁੱਟਾਂ ਖੋਹਾਂ ਕਰਨ ਲੱਗ ਪਏ, ਬੁਰੇ ਹਾਲ ਹੋ ਗਏ। ਤੇ ਕਵੀ ਸੰਤੋਖ ਸਿੰਘ ਜੀ ਨੂੰ ਰਾਜੇ ਉਦੈ ਸਿੰਘ ਨੇ ਕੈਂਥਲ ਵਿੱਚ ਹਵੇਲੀ ਦਿੱਤੀ ਸੀ। ਕੈਂਥਲ ਦੇ ਲੋਕ ਇੱਧਰ ਉੱਧਰ ਚਲੇ ਗਏ, ਡਰਦੇ ਮਾਰੇ ਇੱਧਰ ਉੱਧਰ ਚਲੇ ਗਏ, ਪਰ ਕਵੀ ਸੰਤੋਖ ਸਿੰਘ ਨਹੀਂ ਇੱਧਰ ਉੱਧਰ ਗਏ ਪਿਆਰਿਓ। ਉਹ ਆਪਣੀ ਹਵੇਲੀ ਦੇ ਵਿੱਚ ਰਹੇ ਔਰ ਇੱਕ ਪੰਗਤੀ ਪੜ੍ਹਦੇ ਹੁੰਦੇ ਸਨ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਿਆਰ ਦੇ ਨਾਲ ਕਵੀ ਜੀ ਨੇ ਪੜ੍ਹੀ ਜਾਣੀ। ਲੋਕਾਂ ਆਖਣਾ ਕਵੀ ਜੀ ਇੱਥੋਂ ਚਲੇ ਜਾਓ, ਕਵੀ ਸੰਤੋਖ ਸਿੰਘ ਨੇ ਕਹਿਣਾ ਮੇਰੇ ਸਤਿਗੁਰੂ ਮੇਰੇ ਨਾਲ ਨੇ। ਪਿਆਰਿਓ ਬੜਾ ਮਹਾਨ ਜੀਵਨ ਸੀ। ਔਰ ਵਾਕਈ ਗੱਲ ਪੂਰੀ ਹੋਈ। ਬੜੇ ਸਾਰੇ ਦੇਸ਼ ਵਿੱਚ ਲੁੱਟ ਖਸੁੱਟ ਹੋਈ, ਪਰ ਜਿਸ ਪਾਸੇ ਕਵੀ ਸੰਤੋਖ ਸਿੰਘ ਦੀ ਹਵੇਲੀ ਸੀ, ਗੁਰੂ ਸਾਹਿਬ ਨੇ ਐਸੀ ਕਲਾ ਵਰਤਾਈ, ਉਸ ਪਾਸੇ ਲੁੱਟਣ ਕੋਈ ਆਇਆ ਹੀ ਨਹੀਂ ਜੀ। ਇਹ ਮੈਂ ਤਾਂ ਬੇਨਤੀ ਕੀਤੀ ਪਿਆਰਿਓ, ਕਵੀ ਸੰਤੋਖ ਸਿੰਘ ਅੰਦਰੋਂ ਗੁਰਮੁਖ ਸਨ। ਆਮ ਕਵੀਆਂ ਵਰਗੇ ਕਵੀ ਨਹੀਂ ਸਨ। ਕਵੀ ਸੰਤੋਖ ਸਿੰਘ ਸੰਤ ਨੇ। ਔਰ ਕਵੀ ਸੰਤੋਖ ਸਿੰਘ ਜੀ ਨੇ ਸਾਧ ਸੰਗਤ ਜੀ ਹੋਰ ਵੀ ਬੜੇ ਗ੍ਰੰਥ ਲਿਖੇ ਹੈ। ਅਮਰਕੋਸ਼ ਲਿਖਿਆ, ਆਤਮ ਪੁਰਾਣ ਲਿਖਿਆ। ਪਟਿਆਲੇ ਰਾਜੇ ਆਲਾ ਸਿੰਘ ਦੇ ਕੋਲ ਰਹਿੰਦੇ ਹੁੰਦੇ ਸੀ ਉਸ ਸਮੇਂ। ਔਰ ਇੱਕ ਗ੍ਰੰਥ ਲਿਖਿਆ, ਕਦੋਂ ਲਿਖਿਆ? ਬੜਾ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ ਇੱਕ ਨੇ ਕਹਿ ਦਿੱਤਾ ਸੀ, ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ, ਇਹ ਜਟਕੀ ਭਾਸ਼ਾ ਹੈ, ਸਿੱਧੀ ਸਾਦੀ ਗੱਲ ਹੈ। ਕਵਿਤਾ ਦਾ ਨਾ ਕੋਈ ਪਿੰਗਲ ਹੈ, ਨਾ ਕੋਈ ਛੰਦਾਬੰਦੀ ਹੈ, ਸਿੱਧੇ ਸਿੱਧੇ ਬੋਲ ਨੇ, ਕੋਈ ਰਸ ਨਹੀਂ ਹੈ, ਬੇਰਸ ਹੈ। ਕਵੀ ਸੰਤੋਖ ਸਿੰਘ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਨਾ, ਤੇ ਪਿਆਰਿਓ ਕਵੀ ਸੰਤੋਖ ਸਿੰਘ ਜੀ ਨੇ ਉਦੋਂ ਫਿਰ ਗਰਭ ਗੰਜਨੀ ਟੀਕਾ ਲਿਖਿਆ, ਜਿਹੜਾ ਸਾਰਾ ਹੀ ਜਪਜੀ ਸਾਹਿਬ ਜੀ ਦੀ ਵਿਆਖਿਆ ਵਾਲਾ ਹੈ ਜੀ। ਜਦੋਂ ਕੋਈ ਉਸ ਗਰਭ ਗੰਜਨੀ ਟੀਕੇ ਨੂੰ ਪੜ੍ਹਦਾ ਤੇ ਫਿਰ ਉਹ ਹੈਰਾਨ ਹੋ ਜਾਂਦਾ ਹੈ, ਇੰਨੇ ਵੱਡੇ ਵਿਦਵਾਨ ਸਨ। ਔਰ ਸਾਰੀ ਜਪਜੀ ਸਾਹਿਬ ਦੀ ਬਾਣੀ ਦੀ ਉਸਤਤ ਹੈ। ਬੰਦਾ ਪੜ੍ਹ ਕੇ ਹੈਰਾਨ ਹੋ ਜਾਂਦਾ, ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਇੰਨਾ ਕੁਝ ਰੱਖਿਆ। ਇੰਨੀਆਂ ਵੱਡੀਆਂ ਬਖਸ਼ਿਸ਼ਾਂ ਨੇ ਜਪਜੀ ਸਾਹਿਬ ਦੇ ਵਿੱਚ। ਇਹ ਕਵੀ ਸੰਤੋਖ ਸਿੰਘ ਜੀ ਦਾ ਸਾਧ ਸੰਗਤ ਜੀ ਗਰਭ ਗੰਜਨੀ ਟੀਕਾ ਪੜ੍ਹ ਕੇ ਵੇਖ ਲਓ। ਖੈਰ ਰਹੋ ਵਿਚਾਰ, ਮੈਂ ਥੋੜ੍ਹੀ ਜਿਹੀ ਭੂਮਿਕਾ ਉਥਾਨ ਕਾ ਕਹਿ ਕੇ ਇਸ ਗ੍ਰੰਥ ਦੀ, ਤੇ ਫਿਰ ਆਪਾਂ ਕਥਾ ਆਰੰਭ ਕਰ ਦੇਣੀ ਹੈ। ਕਵੀ ਜੀ ਸਾਧ ਸੰਗਤ ਜੀ ਨਾਨਕ ਪ੍ਰਕਾਸ਼ ਗ੍ਰੰਥ ਸੰਪੂਰਨ ਕਰਨ ਤੋਂ ਬਾਅਦ ਉਹਨਾਂ ਦੇ ਮਨ ਦੀ ਇੱਛਾ ਸੀ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਜਾਵੇ। ਤੇ ਰਾਜੇ ਕੈਂਥਲ ਦੇ ਰਾਜੇ ਕੋਲ ਸਨ, ਰਾਜਾ ਉਦੈ ਸਿੰਘ ਦੇ ਕੋਲ। ਜਿੱਥੇ ਚਾਹ ਹੈ ਉੱਥੇ ਰਾਹ ਹੁੰਦੀ। ਚ ਪਿਆਰਿਓ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਹੁੰਦਾ ਹੈ, ਜਦੋਂ ਮਾਲਕ ਦੇ ਭਰੋਸੇ ਉਹ ਕੰਮ ਸ਼ੁਰੂ ਕਰਦੇ ਆ, ਮਾਲਕ ਅੱਗੋਂ ਦਰਵਾਜ਼ੇ ਖੋਲ੍ਹਦਾ ਜਾਂਦਾ ਚ। ਪਰ ਮਾਫ ਕਰਿਓ, ਜਿੰਨਾ ਕੁਝ ਨਹੀਂ ਕਰਨਾ ਉਹ ਮਾਲਕ ਵਿੱਚ ਵੀ ਕਸੂਰ ਕੱਢੀ ਜਾਣਗੇ। ਕਵੀ ਸੰਤੋਖ ਸਿੰਘ ਜੀ ਨੂੰ ਭਰੋਸਾ ਸੀਗਾ। ਕਵੀ ਜੀ ਨੇ ਕੀ ਕੀਤਾ, ਪਤਾ ਕੀਤਾ। ਇੱਕ ਪੋਥੀ ਇਤਿਹਾਸ ਦੀ ਐਸੀ ਸੀ
ਜਿਹੜੀ ਕਿਸੇ ਬ੍ਰਹਮ ਗਿਆਨੀ ਵੱਲੋਂ ਉਚਾਰਨ ਕੀਤੀ ਗਈ ਸੀ। ਬਾਬਾ ਬੁੱਢਾ ਜੀ ਦੇ ਕੁੱਲ ਵਿੱਚੋਂ ਭਾਈ ਰਾਮ ਕੋਇਰ ਜੀ, ਭਾਈ ਰਾਮ ਕੋਇਰ ਜੀ ਆਪਣੇ ਨਗਰ ਵਿੱਚ ਰਹਿੰਦੇ ਸਨ। ਜਦੋਂ ਸਤਿਗੁਰੂ ਸਰੀਰ ਤਿਆਗ ਗਏ ਨਾ, ਦਸਵੇਂ ਪਾਤਸ਼ਾਹ 13 ਸਿੱਖ ਸਿੰਘ ਨਾਲ ਆਏ। ਵਾਹਿਗੁਰੂ 13 ਸਿੰਘ ਨੰਦੇੜ ਦੀ ਧਰਤੀ ਤੋਂ ਇਸ ਪਾਸੇ ਆਏ ਸਨ। ਉਹਨਾਂ ਨੇ ਆ ਕੇ ਭਾਈ ਸਾਹਿਬ ਜੀ ਨੂੰ ਕਿਹਾ ਸੀ, ਭਾਈ ਸਾਹਿਬ ਤੁਸੀਂ ਸਤਿਗੁਰੂ ਜੀ ਦੇ ਨਾਲ ਰਹੇ ਹੋ, ਸਾਨੂੰ ਮਹਾਰਾਜ ਦੀ ਕਥਾ ਸੁਣਾਓ। ਤੇ ਭਾਈ ਰਾਮ ਕੋਇਰ ਜੀ ਨੇ ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਸੁਣਾਈ। ਜਦੋਂ ਭਾਈ ਰਾਮ ਕੋਇਰ ਜੀ ਨੇ ਦਸਵੇਂ ਪਾਤਸ਼ਾਹ ਜੀ ਦੀ ਕਥਾ ਕੀਤੀ, ਸਿੰਘ ਵਿਸਮਾਦ ਵਿੱਚ ਚਲੇ ਗਏ। ਐਡਾ ਰਸ ਸੀ ਕਥਾ ਵਿੱਚ ਵੀ ਜੀ ਕਰਦਾ ਸੀ ਕਥਾ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਸਿੰਘਾਂ ਨੇ ਫਿਰ ਬੇਨਤੀ ਕੀਤੀ ਭਾਈ ਰਾਮ ਕੋਇਰ ਜੀ ਨੂੰ ਵੀ ਭਾਈ ਰਾਮ ਕੋਇਰ ਜੀ ਇੱਕ ਕਿਰਪਾ ਕਰੋ ਤੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੀ ਕਥਾ ਸੁਣਾ ਦਿਓ। ਕਿਉਂਕਿ ਜਿਹੜੇ ਸਿੰਘ ਹੈ, ਜਿਹੜੇ ਪਿਆਰ ਵਾਲੇ ਹੈ, ਜਿਹੜੇ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਦੇ ਆ, ਪਿਆਰਿਓ ਉਹਨਾਂ ਨੂੰ ਆਪਣੇ ਪ੍ਰੀਤਮ ਦੀਆਂ ਬਾਤਾਂ, ਪ੍ਰੀਤਮ ਦੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਨੇ। ਉਹ ਆਪਣੇ ਪ੍ਰੀਤਮ ਦੇ ਚੋਜ ਸੁਣਦੇ ਆ। ਜਿੰਨੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਵਿੱਚ ਹਨ, ਜਿੰਨੀਆਂ ਬਖਸ਼ਿਸ਼ਾਂ 10 ਪਾਤਸ਼ਾਹੀਆਂ ਦੇ ਵਿੱਚ ਨੇ, ਉਨੀਆਂ ਹੀ ਬਖਸ਼ਿਸ਼ਾਵਾਂ ਗੁਰੂ ਦੇ ਚੋਜਾਂ ਵਿੱਚ ਵੀ ਹਨ ਜੀ। ਪਿਆਰਿਆਂ ਨੇ ਬੇਨਤੀ ਕੀਤੀ, ਬਾਬਾ ਜੀ ਸਾਡੇ ਤੇ ਮਿਹਰ ਕਰੋ ਤੇ ਸਾਨੂੰ ਸਾਰੀ ਕਥਾ ਸੁਣਾਓ। ਤੇ ਭਾਈ ਰਾਮ ਕੋਇਰ ਜੀ ਨੇ ਫਿਰ ਇਹ ਗੱਲ ਆਖੀ ਵੀ ਜੇ ਮੈਂ ਕਥਾ ਸੁਣਾਈ ਤੇ ਬੋਲ ਕੇ ਹੀ ਰਹਿ ਜਾਣੀ ਹੈ। ਤੇ ਫਿਰ ਲਿਖਾਰੀ ਲਾਇਆ ਭਾਈ ਸਾਹਿਬ ਸਿੰਘ ਨੂੰ। ਭਾਈ ਰਾਮ ਕੋਇਰ ਸਾਹਿਬ ਜਿੰਨੀ ਰੋਜ਼ ਕਥਾ ਕਰਦੇ ਹੁੰਦੇ ਸੀਗੇ, ਭਾਈ ਸਾਹਿਬ ਸਿੰਘ ਜੀ ਉਹਨੂੰ ਲਿਖਦੇ ਹੁੰਦੇ ਸੀਗੇ ਜੀ। ਲਿਖਾਰੀ ਲਾਇਆ, ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਪੈੜੇ ਮੋਖੇ ਨੂੰ ਲਿਖਾਰੀ ਲਾਇਆ ਸੀਗਾ, ਉਵੇਂ ਹੀ ਸਾਧ ਸੰਗਤ ਜੀ ਭਾਈ ਰਾਮ ਕੋਇਰ ਜੀ ਨੇ ਭਾਈ ਸਾਹਿਬ ਸਿੰਘ ਜੀ ਨੂੰ ਲਿਖਾਰੀ ਲਾਇਆ। ਭਾਈ ਸਾਹਿਬ ਸਿੰਘ ਜੀ ਨੇ ਫਿਰ ਸਾਰੀ ਕਥਾ ਲਿਖਦੇ ਗਏ। ਤੇ ਭਾਈ ਰਾਮ ਕੋਇਰ ਜੀ ਨੇ ਇਸ ਕਥਾ ਨੂੰ ਵਰ ਦਿੱਤਾ ਬ੍ਰਹਮ ਗਿਆਨੀ ਨੇ। ਉਹ ਕਹਿਣ ਲੱਗੇ, ਭਾਈ ਸਿੱਖੋ, ਜਿਹੜਾ ਇਹ ਕਥਾ ਸੁਣੇਗਾ, ਕੱਲੀ ਸੁਣੇਗਾ ਹੀ ਨਹੀਂ, ਜੇ ਉਹ ਪਿਆਰ ਧਾਰਨ ਕਰੇਗਾ, ਉਹਨੂੰ ਨਾਲ ਨਾਲ ਗੁਰੂ ਸਾਹਿਬਾਂ ਦੇ ਦਰਸ਼ਨ ਵੀ ਹੋ ਜਾਇਆ ਕਰਨਗੇ। ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨੂੰ ਨਾਲ ਨਾਲ ਸਤਿਗੁਰਾਂ ਦੇ ਦਰਸ਼ਨ ਵੀ ਹੋ ਜਾਇਆ ਕਰਨਗੇ। ਔਰ ਸੱਚੀ ਗੱਲ 'ਚ ਇੱਕ ਵਾਰ ਸੰਗਤ ਨੇ ਚਲੋ ਇਸ ਸਥਾਨ 'ਤੇ ਪੂਰੀ ਕਥਾ ਸੁਣਦੀ ਹੈ, TV 'ਤੇ ਅੱਧੀ ਅਜੇ ਕਥਾ ਹੋਈ ਹੈ। ਸੰਗਤ ਨੇ ਕਥਾ ਸੁਣੀ, ਜਿਨ੍ਹਾਂ ਨੇ ਸੁਣੀ ਉਹਨਾਂ ਆਖਿਆ, ਕਹਿਣ ਲੱਗੇ ਭਾਈ ਸਾਹਿਬ ਕਥਾ ਦੇ ਸਿੱਧੇ ਹੀ ਦਰਸ਼ਨ ਹੀ ਹੋਏ ਹੈ। ਇਹ ਮਤ ਸਮਝੋ ਕੋਈ ਸਾਡੀ ਵਾਕ ਚਤੁਰਾਈ ਨਹੀਂ, ਇਹ ਬ੍ਰਹਮ ਗਿਆਨੀ ਮਹਾਂਪੁਰਖ ਦਾ ਬਚਨ ਵਰਤਦਾ ਹੈ। ਜਿਹੜਾ ਇਹ ਕਥਾ ਸੁਣਦਾ ਉਹਨੂੰ ਸਿੱਧੇ ਫਿਰ ਕਥਾ ਦੇ ਨਾਲ ਨਾਲ ਗੁਰੂ ਸਾਹਿਬ ਦੇ ਦਰਸ਼ਨ ਹੀ ਹੋਈ ਜਾਂਦੇ ਆ। ਔਰ ਜਿਹੋ ਜੀ ਕਥਾ ਚੱਲ ਰਹੀ ਹੁੰਦੀ, ਉਹੋ ਜਿਹਾ ਮਾਹੌਲ ਵੀ ਬਣ ਜਾਂਦਾ ਜੀ। ਇਹ ਵੀ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ। ਉਹ ਪੋਥੀ ਫਿਰ ਭਾਈ ਰਾਮ ਕੋਇਰ ਜੀ ਦੇ ਪਰਿਵਾਰ ਵਿੱਚ ਰਹੀ। ਕਵੀ ਸੰਤੋਖ ਸਿੰਘ ਜੀ ਨੂੰ ਪਤਾ ਲੱਗਾ ਵੀ ਉਹ ਪੋਥੀ ਹੈ ਜਿਹਦੇ ਵਿੱਚ 10 ਪਾਤਸ਼ਾਹੀਆਂ ਦਾ ਇਤਿਹਾਸ ਹੈ। ਕਵੀ ਸੰਤੋਖ ਸਿੰਘ ਜੀ ਨੇ ਪਤਾ ਕਰਾਇਆ ਤੇ ਪਤਾ ਲੱਗਾ ਵੀ ਪਟਿਆਲੇ ਦਾ ਜਿਹੜਾ ਰਾਜਾ ਹੈ, ਰਾਜਾ ਆਲਾ ਸਿੰਘ, ਉਹਦੀ ਬੱਚੀ ਦਾ ਨਾਮ ਹੈ ਪ੍ਰਧਾਨ ਕੌਰ। ਤੇ ਜਿਹੜੀ ਪ੍ਰਧਾਨ ਕੌਰ ਹੈ ਨਾ, ਉਹਦਾ ਵਿਆਹ ਭਾਈ ਰਾਮ ਕੋਇਰ ਦੇ ਪੋਤਰੇ ਨਾਲ ਹੋਇਆ, ਮੋਹਰ ਸਿੰਘ ਨਾਲ। ਤੇ ਕਵੀ ਸੰਤੋਖ ਸਿੰਘ ਜੀ ਨੇ ਕੈਂਥਲ ਦੇ ਰਾਜੇ ਨੂੰ ਆਖਿਆ, ਕਹਿਣ ਲੱਗੇ ਜੀ ਮੈਂ ਤੇ ਗਰੀਬ ਸਿੱਖ ਹਾਂ। ਵੇਖੋ ਨਿਮਰਤਾ, ਮੈਂ ਤੇ ਗਰੀਬ ਸਿੱਖ ਹਾਂ, ਮੇਰੀ ਕਿੰਨੇ ਮੰਨਣੀ ਹੈ, ਪਰ ਮੇਰੀ ਰੀਝ ਹੈ ਮੈਂ 10 ਪਾਤਸ਼ਾਹੀਆਂ ਦਾ ਇਤਿਹਾਸ ਜਿਹੜਾ ਉਹ ਕਾਵ ਰਚਨਾ ਵਿੱਚ ਲਿਖਦੇ ਹਾਂ ਸਾਰਾ। ਇਹ ਮੇਰੀ ਰੀਝ ਹੈ ਤੇ ਇਹਦਾ ਪ੍ਰਬੰਧ ਤੁਸੀਂ ਕਰ ਦਿਓ। ਰਾਜਾ ਕੈਂਥਲ ਦਾ ਉਦੈ ਸਿੰਘ ਕਹਿਣ ਲੱਗਾ, ਭਾਈ ਸਾਹਿਬ ਮੈਂ ਕੀ ਪ੍ਰਬੰਧ ਕਰ ਸਕਦਾ?
ਭਾਈ ਸੰਤੋਖ ਸਿੰਘ ਕਹਿਣ ਲੱਗੇ, ਰਾਜਿਆਂ ਦੀ ਰਾਜੇ ਮੰਨਦੇ ਹੁੰਦੇ ਆ। ਤੁਸੀਂ ਰਾਜੇ ਆਲਾ ਸਿੰਘ ਨੂੰ ਆਖੋ। ਅਜੇ ਕੁਝ ਸਮਾਂ ਭਾਈ ਸੰਤੋਖ ਸਿੰਘ ਰਾਜੇ ਆਲਾ ਸਿੰਘ ਜੀ ਕੋਲ ਰਹੇ ਸਨ, ਔਰ ਰਾਜਾ ਆਲਾ ਸਿੰਘ ਜੀ ਦੇ ਕੋਲੋਂ ਹੀ ਸਾਧ ਸੰਗਤ ਜੀ ਰਾਜਾ ਉਦੈ ਸਿੰਘ ਕਵੀ ਸੰਤੋਖ ਸਿੰਘ ਜੀ ਨੂੰ ਲੈ ਕੇ ਗਏ ਸਨ। ਕਹਿਣ ਲੱਗੇ, ਪਤਾ ਨਹੀਂ ਉਹ ਮੇਰੀ ਗੱਲ ਮੰਨਣ ਜਾਂ ਨਾ ਮੰਨਣ, ਉਹਨਾਂ ਦੀ ਬੱਚੀ ਦਾ ਵਿਆਹ ਭਾਈ ਰਾਮ ਕੋਇਰ ਦੇ ਪੋਤਰੇ ਨਾਲ ਹੋਇਆ, ਉੱਥੋਂ ਸਾਨੂੰ ਪੋਥੀ ਸਾਹਿਬ ਮਿਲ ਸਕਦੀ ਹੈ। ਰਾਜੇ ਉਦੈ ਸਿੰਘ ਨੇ ਜਾ ਕੇ ਰਾਜਾ ਆਲਾ ਸਿੰਘ ਜੀ ਨੂੰ ਆਖਿਆ। ਰਾਜੇ ਵੀ ਉਹ ਧਰਮੀ ਸਨ, ਇਸ ਪਾਸੇ ਦਾ ਸ਼ੌਂਕ ਸੀਗਾ ਉਹਨਾਂ ਨੂੰ, ਅੱਜ ਵਰਗੇ ਰਾਜੇ ਨਹੀਂ ਸੀਗੇ। ਉਹਨਾਂ ਨੇ ਜਾ ਕੇ ਸਾਧ ਸੰਗਤ ਜੀ ਫਿਰ ਰਾਜਾ ਉਦੈ ਸਿੰਘ ਨੇ ਰਾਜਾ ਆਲਾ ਸਿੰਘ ਜੀ ਨੂੰ ਆਖਿਆ, ਜੀ ਤੁਹਾਡੇ ਘਰੋਂ ਸਾਨੂੰ 10 ਪਾਤਸ਼ਾਹੀਆਂ ਦਾ ਇਤਿਹਾਸ ਮਿਲ ਸਕਦਾ। ਉਹ ਕਹਿਣ ਲੱਗੇ ਵੀ ਵੱਡੇ ਭਾਗ ਦੇ ਮਿਲ ਜਾਣ, ਪਰ ਮਿਲੇ ਕਿਵੇਂ? ਕਹਿਣ ਲੱਗੇ, ਪ੍ਰਧਾਨ ਕੌਰ ਦਾ ਵਿਆਹ ਭਾਈ ਰਾਮ ਕੋਇਰ ਦੇ ਪੋਤਰੇ ਨਾਲ ਹੋਇਆ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ, ਉਹਨਾਂ ਦੇ ਅੰਸ਼ ਬੰਸ ਵਿੱਚ ਪੋਥੀ ਹੈ, ਤੇ ਤੁਸੀਂ ਉਹ ਪੋਥੀ ਸਾਨੂੰ ਲੈ ਦਿਓ। ਰਾਜਾ ਆਲਾ ਸਿੰਘ ਨੇ ਪ੍ਰਧਾਨ ਕੌਰ ਨਾਲ ਗੱਲ ਕੀਤੀ। ਬੀਬੀ ਪ੍ਰਧਾਨ ਕੌਰ ਦਾ ਜਿਹੜਾ ਪਤੀ ਸੀ ਉਹ ਵੀ ਚਾਲਾ ਮਾਰ ਗਿਆ ਸੀਗਾ, ਤੇ ਬੀਬੀ ਪ੍ਰਧਾਨ ਕੌਰ ਆਪ ਬੜੀ ਵਿਦਵਾਨ ਸੀ। ਬਰਨਾਲੇ ਦੇ ਵਿੱਚ ਉਹਦਾ ਘਰ ਸੀਗਾ, ਤੇ ਬਰਨਾਲੇ ਵਿੱਚ ਇੱਕ ਸਥਾਨ ਹੈ, ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ। ਉੱਥੋਂ ਹੀ ਗਿਆਨੀ ਗਿਆਨ ਸਿੰਘ ਜੀ ਪੜ੍ਹ ਕੇ ਗਿਆਨੀ ਬਣੇ ਸਨ ਜੀ, ਪੰਥ ਪ੍ਰਕਾਸ਼ ਜਿਨ੍ਹਾਂ ਨੇ ਲਿਖਿਆ। ਬੀਬੀ ਪ੍ਰਧਾਨ ਕੌਰ ਉੱਥੇ ਪੜ੍ਹਦੀ ਲਿਖਦੀ ਹੁੰਦੀ ਸੀ, ਵਿਦਵਾਨ ਹੋ ਗਈ ਸੀ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਵੀ ਕਵੀ ਜੀ ਲਿਖਣਾ ਚਾਹੁੰਦੇ ਆ, ਬੀਬੀ ਪ੍ਰਧਾਨ ਕੌਰ ਬੜੇ ਸਤਿਕਾਰ ਨਾਲ ਪੋਥੀਆਂ ਲੈ ਕੇ ਗਈ ਸੀਗੀ, ਜਿਨ੍ਹਾਂ ਵਿੱਚ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੋਇਆ ਸੀ। ਉਹ ਸਾਰਾ ਇਤਿਹਾਸ ਲੈ ਕੇ ਗਈ ਹੈ ਬੀਬੀ ਪ੍ਰਧਾਨ ਕੌਰ। ਔਰ ਬੀਬੀ ਪ੍ਰਧਾਨ ਕੌਰ ਬੜੀ ਬੈਰਾਗੀ ਸੀ। ਉਹਨੇ ਆਪਣੀ ਜਾਇਦਾਦ ਜਿਹੜੀ ਸੀ, ਪੈਲੀ ਬੰਨਾ ਸਾਰਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਨਾਮ ਕਰਾ ਦਿੱਤੀ ਸੀ। ਇੰਨੀ ਭਾਵਨਾ ਵਾਲੀ ਸੀ ਉਹ। ਉੱਥੋਂ ਫਿਰ ਉਹ ਸਾਰਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਪੜ੍ਹਦੇ ਰਹੇ, ਤੇ ਪੜ੍ਹ ਕੇ ਫਿਰ ਉਹਨਾਂ ਵੇਖਿਆ ਵੀ ਕੁਝ ਗੱਲਾਂ ਨਹੀਂ ਵੀ ਲਿਖੀਆਂ। ਫਿਰ ਕਵੀ ਸੰਤੋਖ ਸਿੰਘ ਸਾਧ ਸੰਗਤ ਉਹਨਾਂ ਅਸਥਾਨਾਂ 'ਤੇ ਆਪ ਗਏ ਹੈ ਜਿੱਥੇ ਜਿੱਥੇ ਗੁਰੂ ਸਾਹਿਬਾਂ ਨੇ ਚਰਨ ਪਾਏ। ਬੜੀ ਮਿਹਨਤ ਹੈ, 20 ਸਾਲ ਲੱਗੇ ਗ੍ਰੰਥ ਲਿਖਣ ਲੱਗਿਆ। 20 ਸਾਲ ਥੋੜ੍ਹੇ ਨਹੀਂ ਹੁੰਦੇ, ਤੇ ਜਿਹੜੇ 20 ਸਾਲ ਦੀ ਮਿਹਨਤ 2 ਸਾਲ ਵੀ ਨਹੀਂ ਕਿਤੋਂ ਪੜ੍ਹੇ ਹੁੰਦੇ ਚੰਗੀ ਤਰ੍ਹਾਂ, ਉਹ ਕਵੀ ਸੰਤੋਖ ਸਿੰਘ ਜੀ ਬਾਰੇ ਗੱਲਾਂ ਕਰਨ ਲੱਗ ਪੈਂਦੇ ਆ। ਕਵੀ ਸੰਤੋਖ ਸਿੰਘ ਜੀ ਦੇ 9 ਵਰਗਾ ਵੀ ਨਹੀਂ ਬਣਿਆ ਜਾਣਾ ਕਿਸੇ ਕੋਲੋਂ। ਬੜੀ ਵੱਡੀ ਕਿਰਪਾ ਸੀ ਕਲਗੀਧਰ ਦੀ ਉਹਨਾਂ ਉੱਤੇ। ਆਪ ਉਹਨਾਂ ਥਾਵਾਂ 'ਤੇ ਗਏ ਆ। ਜਦੋਂ ਦਮਦਮਾ ਸਾਹਿਬ ਗਏ ਆ ਕਵੀ ਸੰਤੋਖ ਸਿੰਘ ਜੀ, ਇੱਥੇ ਪੁਜਾਰੀਆਂ ਦਾ ਕਬਜ਼ਾ ਸੀਗਾ। ਉਹਨਾਂ ਪੁਜਾਰੀਆਂ ਨੇ ਕੋਈ ਸਹੀ ਇਤਿਹਾਸ ਨਹੀਂ ਸੀ ਦੱਸਿਆ। ਕਵੀ ਸੰਤੋਖ ਸਿੰਘ ਥਾਂ ਥਾਂ 'ਤੇ ਜਾ ਜਾ ਕੇ ਆਪ ਵੇਖਦੇ ਰਹੇ ਆ। ਉਹ ਗੱਲਾਂ ਇਸ ਗ੍ਰੰਥ ਦੇ ਵਿੱਚ ਲਿਖੀਆਂ ਫਿਰ ਕਵੀ ਜੀ ਨੇ। ਗੁਰੂ ਸਾਹਿਬ ਕਿੱਥੇ ਗਏ ਆ, ਕਿਵੇਂ ਗਏ ਆ, ਕੀ ਹੋਇਆ। ਸੋ ਬੜੀ ਵੱਡੀ ਮਿਹਨਤ ਹੈ ਕਵੀ ਸੰਤੋਖ ਸਿੰਘ ਜੀ ਦੀ ਇਸ ਗ੍ਰੰਥ ਨੂੰ ਇਸ ਤਰੀਕੇ ਨਾਲ ਜਿਹੜੀ ਮੈਂ ਬੇਨਤੀ ਕੀਤੀ ਹੈ, ਇੰਝ ਇਸ ਗ੍ਰੰਥ ਦਾ ਮੁੱਢ ਬੱਝਿਆ ਸੀਗਾ। ਇਹ ਗ੍ਰੰਥ ਫਿਰ ਇੰਝ ਸ਼ੁਰੂ ਹੋਇਆ। ਰਾਜੇ ਉਦੈ ਸਿੰਘ ਦੀ ਬੜੀ ਵੱਡੀ ਮਿਹਨਤ ਸੀਗੀ, ਬੜਾ ਉਹਨੇ ਸਾਥ ਦਿੱਤਾ ਹੈ। ਕਈ ਵਿਦਵਾਨਾਂ ਨੇ ਕਵੀ ਸੰਤੋਖ ਸਿੰਘ ਨਾਲ ਚਰਚਾ ਕੀਤੀ ਸੀਗੀ, ਚਰਚਾ ਵਿੱਚ ਹਾਰ ਜਾਂਦੇ ਸਨ ਕਿਉਂਕਿ ਵਿਦਵਾਨ ਬੜੇ ਸਨ। ਛੰਦਾਬੰਦੀ ਵਿੱਚ ਗ੍ਰੰਥ ਦਾ ਜਵਾਬ ਕੋਈ ਨਹੀਂ ਹੈ। ਜਿੱਥੇ ਸਵਈਏ ਸ਼ੁਰੂ ਹੁੰਦੇ ਉੱਥੇ ਸਵਈਆਂ 'ਚ ਕਮਾਲ ਹੈ, ਜਿੱਥੇ ਦੋਹਰੇ ਸ਼ੁਰੂ ਹੁੰਦੇ ਉੱਥੇ ਦੋਹਰਿਆਂ 'ਚ, ਜਿੱਥੇ ਤੋਟਕ ਛੰਦ ਹੈ, ਜਿੱਥੇ ਸਾਧ ਸੰਗਤ ਜੀ ਕੁੰਡਲੀਏ ਛੰਦ ਹੈ। ਗਾਂ ਗਿਆ ਕਥਾ ਸਰਵਣ ਕਰੀ ਜਾਇਓ। ਜਿਹੜੇ ਕਾਵ ਦੀ ਸੋਝੀ ਰੱਖਦੇ ਆ ਉਹਨਾਂ ਨੂੰ ਪਤਾ ਹੈ ਕਵੀ ਜੀ ਦੀ ਕਿੱਡੀ ਵੱਡੀ ਮਿਹਨਤ ਹੈ। ਸੋ ਹੁਣ ਅੱਜ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਭਾਗਾਂ ਵਾਲਾ ਦਿਨ ਚੜ੍ਹਿਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਭਾਗਾਂ ਵਾਲਾ ਦਿਨ ਚੜ੍ਹਿਆ
ਅੱਜ ਹੁਣ ਆਪਾਂ ਮੁੜ ਤੋਂ ਇਸ ਗ੍ਰੰਥ ਦੀ ਸ਼ੁਰੂਆਤ ਕਰਾਂਗੇ। ਮੁੜ ਤੋਂ ਸਾਰੇ ਗ੍ਰੰਥ ਦੀ ਸੰਗਤ ਟੀਵੀ ਤੇ ਇਹ ਜਿਹੜੀ ਕਥਾ ਹੈ ਉਹ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋਈ ਸੀਗੀ ਤੇ ਪਹਿਲੇ 5 ਪਾਤਸ਼ਾਹਾਂ ਦਾ ਇਤਿਹਾਸ ਜਿਹੜਾ ਹੈ ਨਾ ਉਹ ਸੰਗਤ ਨਹੀਂ ਸੀ ਸੁਣ ਪਾਈ ਤੇ ਮਹਾਰਾਜ ਨੇ ਮਿਹਰ ਕੀਤੀ ਹੈ। ਇਹ ਕਥਾ ਨਿਤ ਨਵੀਂ ਹੈ, ਤੁਸੀਂ ਪਿਆਰ ਰੱਖਿਓ, ਸ਼ਰਧਾ ਦੇ ਨਾਲ ਸੁਣਿਓ। ਬਾਬਾ ਭਾਈ ਰਾਮ ਕੋਇਰ ਜੀ ਦਾ ਬਚਨ ਵਰਤਦਾ, ਕਥਾ ਸੁਣਦਿਆਂ ਗੁਰੂ ਸਾਹਿਬ ਦੀਆਂ ਸਾਖੀਆਂ ਦੇ ਨਾਲ ਨਾਲ ਸਤਿਗੁਰਾਂ ਦੇ ਦਰਸ਼ਨ ਵੀ ਹੋਈ ਜਾਂਦੇ ਹੈ। ਸੋ ਹੁਣ ਆਪਾਂ ਅੱਜ ਇਹ ਕਥਾ ਪ੍ਰਾਰੰਭ ਕਰਾਂਗੇ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 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 ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗ੍ਰੰਥ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਸਤਿਗੁਰੂ ਜੀ ਦੀ ਬਾਣੀ ਦਾ ਮੰਗਲ ਲਿਖਦੇ ਹੈ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਅਦਵੈਤ ਸਰੂਪ ਹੈ। ਸਿੱਖੋ, ਜੇ ਪ੍ਰਾਪਤੀ ਹੋਣੀ ਤਾਂ ਗੁਰੂ ਦੀ ਕਿਰਪਾ ਚਾਹੀਦੀ ਹੈ। ਸਤਿਗੁਰੂ ਦੇ ਪ੍ਰਸਾਦ ਨਾਲ, ਸਤਿਗੁਰੂ ਜੀ ਦੀ ਮਿਹਰ ਨਾਲ ਉਸ ਇੱਕ ਓੰਕਾਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤੇ। ਅਥ ਦਾ ਅਰਥ ਹੁੰਦਾ ਹੈ ਹੁਣ। ਜਿਨ੍ਹਾਂ ਭੋਗ ਸੁਣਿਆ ਉਹਨਾਂ ਨੂੰ ਪਤਾ ਹੈ। ਕਵੀ ਜੀ ਲਿਖਦੇ ਸਨ, ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸੰਪੂਰਨ, ਪੂਰੀ ਵੱਡੀ ਪੰਕਤੀ ਸੀ। ਇਤ ਦਾ ਅਰਥ ਹੁੰਦਾ ਹੈ ਬਸ। ਅਥ ਦਾ ਅਰਥ ਕੀ ਹੈ? ਹੁਣ। ਇਤ ਦਾ ਅਰਥ ਹੁੰਦਾ ਇਸ ਤਰੀਕੇ ਨਾਲ, ਅਥ ਦਾ ਅਰਥ ਹੁੰਦਾ ਹੈ ਹੁਣ। ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤੇ। ਕਵੀ ਜੀ ਕਹਿੰਦੇ, ਸੰਗਤ ਜੀ, ਗੁਰੂ ਕੇ ਸਿੱਖੋ, ਹੁਣ ਮੈਂ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਣ ਜਾ ਰਿਹਾ ਹਾਂ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਰਾਸ ਲਿਖਣ ਜਾ ਰਿਹਾ ਹਾਂ। ਪਹਿਲਾਂ ਆਪ ਜੀ ਇਸ ਗ੍ਰੰਥ ਦੇ ਨਾਮ ਦੇ ਅਰਥ ਸੁਣੋ। ਸ਼੍ਰੀ ਦਾ ਅਰਥ ਹੁੰਦਾ ਹੈ ਸ਼੍ਰੋਮਣੀ, ਸਭ ਤੋਂ ਵੱਡੇ। ਗੁਰ ਸਤਿਗੁਰੂ ਸੱਚੇ ਪਾਤਸ਼ਾਹ। ਪ੍ਰਤਾਪ ਸੂਰਜ, ਸੂਰਜ ਵਰਗਾ ਪ੍ਰਤਾਪ। ਜਿਵੇਂ ਸਾਰਿਆਂ ਵਾਸਤੇ ਸੂਰਜ ਸਾਂਝਾ ਹੈ, ਸੂਰਜ ਦਾ ਪ੍ਰਤਾਪ ਬੜਾ ਹੈ, ਇਸੇ ਤਰ੍ਹਾਂ ਜਿਹੜੇ ਸ਼੍ਰੋਮਣੀ ਸੱਚੇ ਪਾਤਸ਼ਾਹ ਮਹਾਰਾਜ ਨੇ, 10 ਪਾਤਸ਼ਾਹੀਆਂ ਨੇ, ਇਹਨਾਂ ਦਾ ਪ੍ਰਤਾਪ ਸੂਰਜ ਵਰਗਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਜਿਵੇਂ ਸੂਰਜ ਸਾਂਝਾ ਹੈ ਉਵੇਂ ਮਹਾਰਾਜ ਸ਼੍ਰੋਮਣੀ ਸੱਚੇ ਪਾਤਸ਼ਾਹ ਵੀ ਸਾਂਝੇ ਹਨ। ਸੂਰਜ ਦੀਆਂ 12 ਰਾਸਾਂ ਨੇ, ਇਸ ਗ੍ਰੰਥ ਦੀਆਂ ਵੀ 12 ਰਾਸਾਂ ਹਨ। ਤੇ ਹੁਣ ਪਹਿਲੀ ਰਾਸ ਜਿਹੜੀ ਹੈ ਉਹ ਪ੍ਰਾਰੰਭ ਕਰਦੇ ਹਨ ਕਵੀ ਜੀ। ਹਾਂਜੀ। ਦੋਹਰਾ। ਤੀਨੋਂ ਕਾਲ ਸੋ ਚੱਲ ਰਹਿ, ਅਲੰਬ ਸਕਲ ਜਗ ਜਾਲ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਆਪਣੇ ਇਸ਼ਟ ਦੇਵ ਅਕਾਲ ਪੁਰਖ ਦਾ ਮੰਗਲ ਲਿਖਦੇ ਆ। ਮੰਗਲ ਵੀ ਵੈਸੇ 3 ਤਰ੍ਹਾਂ ਦੇ ਹੁੰਦੇ ਆ। ਮੰਗਲ 3 ਤਰ੍ਹਾਂ ਦੇ ਹੁੰਦੇ ਆ। ਇੱਕ ਹੈ ਵਸਤੂ ਨਿਰਦੇਸ਼ ਮੰਗਲ, ਇੱਕ ਹੈ ਸਾਧ ਸੰਗਤ ਜੀ ਨਮਸਕਾਰਾਤਮਕ ਮੰਗਲ, ਇੱਕ ਹੈ ਆਸ਼ੀਰਵਾਦ ਆਤਮਕ ਮੰਗਲ। ਵਸਤੂ ਨਿਰਦੇਸ਼ ਮੰਗਲ ਹੋ ਰਿਹਾ ਇੱਥੇ। ਵਸਤੂ ਨਿਰਦੇਸ਼ ਮੰਗਲ ਕਿਹਨੂੰ ਕਹਿੰਦੇ ਆ? ਵੀ ਕਿਸੇ ਵਸਤੂ ਦੇ ਨਿਰਣਾ ਕਰਕੇ ਜਿਹੜਾ ਜਸ ਹੈ ਉਹਦਾ ਮੰਗਲ, ਉਹਦੀ ਸਿਫਤ ਜਿਸ ਦੋਹਰੇ ਵਿੱਚ ਹੋਵੇ, ਜਿਸ ਪੰਕਤੀ 'ਚ ਹੋਵੇ, ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਆ। ਵਸਤੂ ਕੌਣ ਹੈ? ਅਕਾਲ ਪੁਰਖ। ਨਿਸ਼ਚੇ ਕਰਕੇ ਅਕਾਲ ਪੁਰਖ ਦਾ ਜਿਹੜਾ ਜਸ ਹੈ ਨਾ, ਉਹ ਹੁਣ ਕਵੀ ਸੰਤੋਖ ਸਿੰਘ ਜੀ ਦੋਹਰੇ ਵਿੱਚ ਲਿਖ ਰਹੇ ਆ। ਅਤੇ ਉਂਝ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਸਾਰਾ ਮੰਗਲ ਰੂਪ ਹੀ ਹੈ। ਉਹਦੇ 'ਚ ਨਮਸਕਾਰ ਹੈ ਨਾ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ।
ਉਹ ਹੈ ਨਮਸਕਾਰ ਆਤਮਿਕ ਮੰਗਲ। ਤੇ ਇੱਕ ਮੰਗਲ ਕਿਹੜਾ ਰਹਿ ਗਿਆ ਹੈ? ਆਸ਼ੀਰਵਾਦ ਆਤਮਿਕ ਮੰਗਲ। ਉਹ ਬਾਣੀ ਵਿੱਚ ਬੜੀਆਂ ਥਾਵਾਂ ਤੇ ਹੈ। ਜਿਵੇਂ ਸਾਧ ਸੰਗਤ ਆਪਾਂ ਕਹਿੰਦੇ ਆ ਆਸ਼ੀਰਵਾਦ ਮੰਗਦੇ ਹਾਂ ਸਤਿਗੁਰਾਂ ਤੋਂ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ, ਇਹ ਮੰਗਲ ਹੈ। ਪੰਗਤੀ ਦੇ ਵਿੱਚ ਹੀ ਮੰਗਲ ਹੈ। ਪਰਮੇਸ਼ਰ ਅੱਗੇ ਬੇਨਤੀ ਹੈ। ਮੰਗਲ ਦਾ ਅਰਥ ਸਿਫਤ ਵੀ ਹੈ ਤੇ ਮੰਗਲ ਦਾ ਅਰਥ ਖੁਸ਼ੀ ਵੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮੰਗਲ ਦਾ ਅਰਥ ਦੋ ਤਰ੍ਹਾਂ ਨਾਲ ਗੁਰਮੁਖ ਕਰਦੇ ਆ। ਇੱਕ ਖੁਸ਼ੀ ਦੇ ਨਾਲ ਮੰਗਲ ਕੀਤਾ, ਸਿਫਤ ਕੀਤੀ ਹੈ ਅਕਾਲ ਪੁਰਖ ਦੀ, ਤੇ ਦੂਜਾ ਅਕਾਲ ਪੁਰਖ ਕੋਲੋਂ ਖੁਸ਼ੀ ਲੈਣ ਵਾਸਤੇ ਮੰਗਲ ਕੀਤਾ, ਉਹਦੀ ਉਸਤਤ ਕੀਤੀ ਹੈ। ਸੋ ਆਪਣੇ ਇਸ਼ਟ ਦੇਵ ਦਾ ਮੰਗਲ ਕਰਦੇ ਆ, ਮੰਗਲਾਚਰਨ ਕਰਦੇ ਆ। ਤੇ ਦੋਹਰਾ ਫਿਰ ਪੜੋ। तीनों काल सो अचल रहै, अलंब सकल जग जाल। ਕਵੀ ਜੀ ਲਿਖਦੇ ਆ ਜਿਹੜਾ ਤਿੰਨਾਂ ਕਾਲਾਂ ਵਿੱਚ ਅਚਲ ਰਹਿੰਦਾ। ਤਿੰਨ ਕਾਲ, ਤਿੰਨ ਸਮੇਂ ਕਿਹੜੇ ਆ? ਬੱਚਿਆਂ ਨੂੰ ਵੀ ਪਤਾ ਹੈ, ਬਜ਼ੁਰਗਾਂ ਨੂੰ ਵੀ ਪਤਾ ਹੈ। ਅੰਗਰੇਜ਼ੀ ਵਿੱਚ ਇਹਨੂੰ ਕਹਿ ਦਿੰਦੇ ਆ ਪ੍ਰੈਜ਼ੈਂਟ, ਪਾਸਟ, ਫਿਊਚਰ, ਭੂਤ, ਭਵਿੱਖ, ਵਰਤਮਾਨ। ਤਿੰਨੋਂ ਕਾਲ ਸੋ ਅਚਲ ਰਹਿ। ਜੋ ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਅਚਲ ਰਹਿੰਦਾ। ਪਰਮੇਸ਼ਰ ਨਹੀਂ ਜਾਂਦਾ ਸਾਧ ਸੰਗਤ ਜੀ ਕਿਤੇ, ਬੰਦੇ ਚਲੇ ਜਾਂਦੇ। ਬੀਤ ਚੁੱਕੇ ਸਮੇਂ ਵਿੱਚ ਵੀ ਪਰਮੇਸ਼ਰ ਹੈ, ਚੱਲ ਰਹੇ ਸਮੇਂ ਵਿੱਚ ਵੀ ਪਰਮੇਸ਼ਰ ਹੈ, ਤੇ ਸਾਧ ਸੰਗਤ ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਰਹੇਗਾ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤਿੰਨੋਂ ਕਾਲ ਸੋ ਅਚਲ ਰਹਿ। ਵਾਹਿਗੁਰੂ ਪਰਮੇਸ਼ਰ ਜਿਹੜਾ ਤਿੰਨਾਂ ਕਾਲਾਂ ਵਿੱਚ ਅਚਲ ਰਹਿੰਦਾ ਹੈ, ਚਲਾਏਮਾਨ ਨਹੀਂ ਰਹਿੰਦਾ, ਇੱਕ ਰਸ ਰਹਿੰਦਾ ਹੈ। ਜਾਲ ਅਲੰਬ ਸਕਲ ਜਗ ਜਾਲ। ਜਿਹੜਾ ਇਸ ਜਗਤ ਰੂਪੀ ਜਾਲ, ਜਾਲ ਜਿਵੇਂ ਫੈਲਿਆ ਉਵੇਂ ਜਗਤ ਫੈਲਿਆ, ਇਸ ਸਾਰੇ ਜਗਤ ਦਾ ਜਿਹੜਾ ਅਲੰਬ ਹੈ, ਆਸਰਾ ਹੈ। ਜਾਲ ਕਾਲ ਲਖ ਮੁਚਤ, ਜਿਸ ਕਰਤਾ ਪੁਰਖ ਅਕਾਲ। ਤੇ ਜਾਲ ਕਾਲ ਲਖ ਮੁਚਤ, ਜਿਸ ਕਰਤਾ ਪੁਰਖ ਅਕਾਲ। ਕਹਿਣ ਲੱਗੇ ਭਾਈ ਇਸ ਜਾਲ ਕਾਲ ਜਿਹੜਾ ਜਗਤ ਫੈਲਿਆ ਹੋਇਆ, ਜਾਲ ਬੜਾ ਵੱਡਾ ਪਿਆ ਹੋਇਆ ਹੈ, ਇਹਦੇ ਵਿੱਚ ਬੰਦਾ ਫਸਿਆ ਹੋਇਆ। ਵੇਖ ਲਈਏ ਆਪਾਂ ਜਗਤ ਦੇ ਜੰਜਾਲ 'ਚ ਫਸੇ ਹੀ ਹੈ। ਬੰਦਾ ਇਸ ਜਗ ਜਾਲ ਵਿੱਚ, ਜਗਤ ਰੂਪੀ ਫਾਈ ਵਿੱਚ ਸੰਗਤ ਜੀ ਫਸਿਆ ਹੋਇਆ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਆ ਜਿੱਥੇ ਫਿਰ ਉਹ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰ ਦਿੰਦਾ, ਜਿਹਦੇ ਤੇ ਖੁਸ਼ ਹੋ ਜਾਂਦਾ, ਉਹ ਫਿਰ ਜਗਤ ਦੇ ਇਸ ਕਾਲ ਤੋਂ ਬਚ ਜਾਂਦਾ ਹੈ, ਜਗਤ ਦੇ ਜੰਜਾਲਾਂ ਤੋਂ ਬਚ ਜਾਂਦਾ ਹੈ। ਦੋਹਰਾ ਛੋਨੀ ਸੂਰਜ ਅਗਨ ਜਮ, ਬਾਇ ਤਰਾਸ ਜਿਸ ਪਾਏ। ਸੋ ਕਹਿਣ ਲੱਗੇ ਇੱਥੇ ਕਵੀ ਜੀ ਵਾਹਿਗੁਰੂ ਅੱਗੇ ਪਹਿਲੇ ਦੋਹਰੇ ਵਿੱਚ ਅਰਦਾਸ ਕਰਦੇ, ਹੈ ਵਾਹਿਗੁਰੂ ਮੇਰੇ ਤੇ ਕਿਰਪਾ ਕਰਿਓ, ਮੈਨੂੰ ਵੀ ਖੁਸ਼ੀ ਬਖਸ਼ੋ ਆਪਣੀ, ਮੈਂ ਵੀ ਇਸ ਜਗਤ ਰੂਪੀ ਕਾਲ ਤੋਂ ਬਚ ਜਾਵਾਂ, ਤੁਹਾਡੇ ਬਣਾਏ ਇਸ ਜਗਤ ਦੇ ਖੇਡ ਵਿੱਚੋਂ ਬਚ ਜਾਵਾਂ। ਅੱਗੋਂ ਦੋਹਰਾ ਛੋਨੀ ਸੂਰਜ ਅਗਨ ਯਮ, ਬਾਇਓ ਤਰਾਸ ਜਿਸ ਪਾਏ। ਛੋਨੀ ਕਿਰਤੇ ਬੈਠੇ ਆਪਾਂ, ਛੋਨੀ ਤੇ ਬੈਠੇ। ਛੋਨੀ ਨਾਮ ਜ਼ਮੀਨ ਦਾ ਹੈ। ਛੋਨੀ ਸੂਰਜ, ਫਿਰ ਅਗਨੀ, ਯਮ, ਬਾਇਓ ਹਵਾ, ਜਿਸ ਵਾਹਿਗੁਰੂ ਦੇ ਡਰ ਦੇ ਨਾਲ ਚੱਲ ਰਹੇ ਸਾਰੇ। ਹਾਂਜੀ। ਨਿਜ ਸੁਭਾਵ ਮਹਿ ਥਿਤ ਰਹਿਤ, ਅਸ ਬ੍ਰਹਮ ਰਿਦ ਬਿਦਤਾਏ। ਕਹਿਣ ਲੱਗੇ ਹੇ ਵਾਹਿਗੁਰੂ ਤੂੰ ਇਹਨਾਂ ਨੂੰ ਸੁਭਾਵ ਦਿੱਤਾ, ਜ਼ਮੀਨ ਤੁਹਾਡੇ ਬਖਸ਼ੇ ਸੁਭਾਅ ਵਿੱਚ ਰਹਿ ਕੇ ਚੱਲ ਰਹੀ ਹੈ, ਸੂਰਜ ਤੁਹਾਡੇ ਬਖਸ਼ੇ ਸੁਭਾਅ ਵਿੱਚ ਰਹਿ ਕੇ ਤਪ ਰਿਹਾ ਹੈ। ਹੇ ਵਾਹਿਗੁਰੂ ਅੱਗ ਜਿਹੜੀ ਹੈ ਉਹ ਤੁਹਾਡੇ ਬਖਸ਼ੇ ਸੁਭਾਅ ਕਰਕੇ ਤਪ ਰਹੀ ਹੈ, ਤੇ ਜੰਮ ਤੁਹਾਡੇ ਬਖਸ਼ੇ ਸੁਭਾਅ 'ਚ ਆਪਣਾ ਕੰਮ ਕਰ ਰਹੇ ਹੈ, ਹਵਾ ਤੁਹਾਡੇ ਬਖਸ਼ੇ ਸੁਭਾਅ ਵਿੱਚ ਚੱਲ ਰਹੀ ਹੈ,
ਸਾਰਿਆਂ ਨੂੰ ਜਿੱਥੇ ਜਿੱਥੇ ਤੁਸੀਂ ਖੜਿਆਂ ਕੀਤਾ ਹੈ, ਖੜੇ ਹੋਏ ਹੈ। ਚੱਲਣਾ ਵੀ ਖੜੇ ਰਹਿਣਾ, ਤੇ ਹੁਕਮ ਵਿੱਚ ਚੱਲਣਾ ਕੀ ਹੈ? ਉਹਦੇ ਹੁਕਮ 'ਚ ਖੜੇ ਰਹਿਣਾ। ਹੇ ਵਾਹਿਗੁਰੂ, ਜਿਹਨੂੰ ਜਿਹਨੂੰ ਜਿੱਥੇ ਜਿੱਥੇ ਤੁਸੀਂ ਲਾਇਆ ਉਹ ਲੱਗਾ ਹੈ। ਆਸ ਬ੍ਰਹਮ ਰਿੱਧ ਬਿਦਤਾਏ, ਐਸਾ ਬ੍ਰਹਮ ਮੇਰੇ ਹਿਰਦੇ ਵਿੱਚ ਵੀ ਪ੍ਰਗਟ ਹੋਵੇ। ਦੂਜਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ, ਕਹਿੰਦੇ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਐਸੀ ਮੇਰੇ ਤੇ ਮਿਹਰ ਕਰ ਦਿਓ, ਐਸੀ ਮੇਰੇ ਤੇ ਕਿਰਪਾ ਕਰ ਦਿਓ, ਜਿਵੇਂ ਧਰਤੀ ਖਲੋਤੀ ਹੈ ਹੁਕਮ 'ਚ, ਹੈ ਤੇ ਚੱਲ ਰਹੀ ਹੈ ਪਰ ਹੁਕਮ 'ਚ ਚੱਲ ਰਹੀ ਹੈ ਨਾ। ਤੁਹਾਡੇ ਬਖਸ਼ੇ ਸੁਭਾਅ ਦੇ ਅਨੁਸਾਰ ਧਰਤੀ ਆਪਣਾ ਕੰਮ ਕਰ ਰਹੀ ਹੈ, ਸਾਰਿਆਂ ਵਿੱਚ ਤੁਹਾਡੀ ਸ਼ਕਤੀ ਚੱਲ ਰਹੀ ਹੈ। ਮੇਰੇ ਤੇ ਕਿਰਪਾ ਕਰੋ। ਹੁਣ ਮੈਂ ਸਤਿਗੁਰਾਂ ਦੀ ਕਥਾ ਲਿਖਣ ਲੱਗਾ, ਮੇਰੇ ਹਿਰਦੇ ਵਿੱਚ ਵਾਸਾ ਕਰੋ, ਮੈਂ ਕਥਾ ਲਿਖੀ ਜਾਵਾਂ ਮਹਾਰਾਜ ਦੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਸੋਹਣੀ ਕਥਾ ਹੈ ਨਾ, ਇਹ ਮੈਂ ਲਿਖੀ ਜਾਵਾਂ, ਕਰੀ ਜਾਵਾਂ। ਮਰਮ ਨ ਜਾਣਿਓ ਜਾਏ ਜਿਸ, ਦੋਹਰਾ ਬੋਲੋ। ਦੋਹਰਾ ਮਰਮ ਨ ਜਾਣਿਓ ਜਾਏ ਜਿਸ, ਪਰਮ ਮਿਟੇ ਮਿਲ ਜਾਏ। ਫਿਰ ਕਹਿਣ ਲੱਗੇ ਜਿਸ ਵਾਹਿਗੁਰੂ ਦਾ ਮਰਮ ਨਹੀਂ ਕੋਈ ਜਾਣਦਾ। ਮਰਮ ਕੀ ਹੁੰਦਾ? ਸਾਧ ਸੰਗਤ ਭੇਦ, ਛੁਪਿਆ ਹੋਇਆ ਰਾਜ। ਉਹ ਵਾਹਿਗੁਰੂ ਜੀ ਦਾ ਭੇਦ ਨਹੀਂ ਕੋਈ ਜਾਣਦਾ। ਆਪਾਂ ਅਰਦਾਸ ਤੋਂ ਪਹਿਲਾਂ ਸਾਰੀ ਸੰਗਤ ਇਕੱਠੀ ਹੋ ਕੇ ਇੱਕ ਸ਼ਬਦ ਪੜ੍ਹਦੀ ਹੁੰਦੀ ਹੈ, ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਕੋਏ ਨਾ ਜਾਣੈ ਤੁਮਰਾ ਅੰਤ। ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ, ਕੋਈ ਉਸ ਵਾਹਿਗੁਰੂ ਦਾ ਅੰਤ ਨਹੀਂ ਜਾਣਦਾ ਜੀ, ਕੋਈ ਨਹੀਂ ਜਾਣਦਾ, ਨਾ ਹੀ ਜਾਣ ਸਕਦਾ ਹੈ। ਸੋ ਮਰਮ ਨਾ ਜਾਣਿਓ ਜਾਏ ਜਿਸ, ਜਿਸ ਵਾਹਿਗੁਰੂ ਜੀ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਭਰਮ ਮਿਟੇ ਮਿਲ ਜਾਏ, ਪਰ ਜਦੋਂ ਉਹ ਵਾਹਿਗੁਰੂ ਮਿਲ ਜਾਂਦਾ ਹੈ ਨਾ ਕਿਸੇ ਨੂੰ, ਉਹਦੇ ਮਿਲਣ ਨਾਲ ਭਰਮ ਦੂਰ ਹੋ ਜਾਂਦੇ ਹੈ। ਭਰਮ ਕੀ ਹੈ ਉਹ ਅੱਗੇ ਦੱਸਦੇ ਹੈ। ਕਰਮ ਧਰਮ ਅਰ ਭਗਤ ਫਲ, ਅਸ ਅਭੇਦ ਕੋ ਪਾਏ। ਭਰਮ ਕੀ ਹੈ ਅਗਲੇ ਦੋਹਰੇ ਵਿੱਚ ਦੱਸਣਗੇ, ਪਰ ਇਹ ਇੱਥੇ ਪੰਕਤੀ ਵਿੱਚ ਕਵੀ ਸੰਤੋਖ ਸਿੰਘ ਦੱਸਦੇ ਆ, ਕਹਿੰਦੇ ਉਹ ਵਾਹਿਗੁਰੂ ਕਿਸੇ ਨੂੰ ਮਿਲ ਜਾਵੇ ਬੜੀ ਵੱਡੀ ਗੱਲ ਹੈ। ਅਕਾਲ ਪੁਰਖ ਜਿਨ੍ਹਾਂ ਨੂੰ ਮਿਲਿਆ ਉਹਨਾਂ ਦਾ ਜਸ ਗੁਰਬਾਣੀ ਵਿੱਚ ਲਿਖਿਆ ਜੇ, ਉਹਨਾਂ ਦੀਆਂ ਸਿਫਤਾਂ ਗੁਰੂ ਦੀ ਬਾਣੀ ਵਿੱਚ ਲਿਖੀਆਂ ਨੇ। ਅਕਾਲ ਪੁਰਖ ਦਾ ਨਾਮ ਜਪਣਾ ਗੱਲ ਵੱਖਰੀ ਹੈ, ਅਕਾਲ ਪੁਰਖ ਮਿਲ ਜਾਣਾ ਗੱਲ ਵੱਖਰੀ ਹੈ। ਤੇ ਜਿਨ੍ਹਾਂ ਨੂੰ ਮਿਲ ਜਾਂਦਾ ਹੈ ਉਹ ਫਿਰ ਕੀ ਬਣ ਜਾਂਦੇ ਹੈ? ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਮਹਾਰਾਜ ਕਹਿੰਦੇ ਫਿਰ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹ ਫਿਰ ਰੱਬ ਦੇ ਵਿੱਚ ਤੇ ਰੱਬ ਦੇ ਪਿਆਰਿਆਂ 'ਚ ਫਰਕ ਨਹੀਂ 'ਚ ਰਹਿੰਦਾ। ਜਿਨ੍ਹਾਂ ਨਾ ਵਿਸਰਿਆ ਨਾਮ ਸੇ ਕਨੇਹਿਆ, ਉਹ ਕਿਹੋ ਜਿਹੇ ਆ? ਸਤਿਗੁਰੂ ਕਹਿੰਦੇ ਭੇਦ ਨਹੀਂ ਜਾਣਨਾ, ਉਹ ਆਪ ਹੀ ਸਾਈਂ ਦਾ ਰੂਪ ਨੇ। ਇੱਥੇ ਦੱਸਦੇ ਕਹਿੰਦੇ ਜਿਨ੍ਹਾਂ ਨੂੰ ਰੱਬ ਮਿਲ ਜਾਵੇ, ਰੱਬ ਦੀ ਪ੍ਰਾਪਤੀ ਹੋ ਜਾਵੇ, ਕਰਮ ਧਰਮ ਅਰ ਭਗਤ ਫਲ, ਅਸ ਅਭੇਦ ਕੋ ਪਾਏ। ਉਹ ਅਭੇਦ ਵਾਹਿਗੁਰੂ ਜਿਹਦਾ ਪਾਰਾਵਾਰ ਨਹੀਂ ਕੋਈ ਪਾ ਸਕਦਾ। ਜਿੰਨੇ ਅਸੀਂ ਪਾਠ ਕਰਦੇ ਹਾਂ, ਕਰਮ ਧਰਮ ਕਰਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਕੀਰਤਨ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਕਥਾ ਸੁਣਦੇ ਹਾਂ, ਇਹਨਾਂ ਸਾਰਿਆਂ ਦਾ ਵੱਡਾ ਫਲ ਕੀ ਹੈ? ਉਹ ਵਾਹਿਗੁਰੂ ਕਿਸੇ ਨੂੰ ਮਿਲ ਜਾਵੇ। ਹਾਂਜੀ। ਦੋਹਰਾ। ਦੋਹਰਾ ਭਾਨ ਹੋਤ ਜਗ ਜਾਸ ਤੇ, ਰਜੂ ਭੁਜੰਗ ਸਮਾਨ। ਪਿਛਲੇ ਦੋਹਰੇ ਵਿੱਚ ਆਖਿਆ ਨਾ ਕਵੀ ਜੀ ਨੇ, ਭਰਮ ਮਿਟੇ ਮਿਲ ਜਾਏ। ਜਦੋਂ ਮਿਲ ਜਾਵੇ ਤੇ ਭਰਮ ਦੂਰ ਹੋ ਜਾਂਦੇ। ਕਿਵੇਂ ਹੁੰਦੇ ਆ? ਕਹਿੰਦੇ ਜਿਵੇਂ ਸੂਰਜ ਚੜ੍ਹੇ ਤੇ ਬੰਦੇ ਨੂੰ ਗਿਆਨ ਹੁੰਦਾ ਹੈ। ਕੀ ਗਿਆਨ ਹੁੰਦਾ ਹੈ? ਰਾਤ ਦੇ ਹਨੇਰੇ 'ਚ ਰੱਸੀ ਵੀ ਸੱਪ ਹੀ ਲੱਗਦੀ ਹੈ, ਰੱਸੀ ਵੀ ਸੱਪ ਲੱਗਦੀ ਹੈ। ਤੇ ਰੱਸੀ ਪਈ ਪਈ ਵੇਖ ਕੇ ਕਈ ਵਾਰੀ ਬੰਦਾ ਰੱਸੀ ਦੇ ਲਾਗੇ ਨਹੀਂ ਜਾਂਦਾ ਵੀ ਹੋਰੇ ਸੱਪ ਨਾ ਹੋਵੇ। ਪਰ ਜਦੋਂ ਸੂਰਜ ਚੜ੍ਹਦਾ ਫਿਰ ਪਤਾ ਲੱਗਦਾ ਸੱਪ ਕੋਈ ਨਹੀਂ, ਇਹ ਤੇ ਰੱਸੀ ਹੈ, ਇਹ ਤੇ ਰੱਸੀ ਹੈ।
ਜਿਵੇਂ ਸੂਰਜ ਚੜ੍ਹਨ ਦੇ ਨਾਲ ਭਾਨ ਹੋਤ ਜਗ ਜਾਸ ਤੇ। ਸੂਰਜ ਚੜ੍ਹਨ ਦੇ ਨਾਲ ਪਤਾ ਲੱਗ ਜਾਂਦਾ ਹੈ, ਰੱਜੂ ਭੁਜੰਗ ਸਮਾਨ, ਵੀ ਇਹ ਤਾਂ ਹੈ ਸੀ ਰੱਸੀ ਤੇ ਮੈਂ ਸਭ ਸਮਝਦਾ ਸਾਂ। ਮਾਨ ਹਾਨ ਕਰ ਜਾਨ ਤਿਹ ਤਮ ਅਨਾਦ ਕਹੋ ਭਾਨ। ਕਹਿੰਦੇ ਇਸੇ ਤਰ੍ਹਾਂ ਅੰਦਰ ਦਾ ਮਾਣ ਦੂਰ ਹੋਵੇ, ਨਾਮ ਦਾ ਚਾਨਣ ਹੋਵੇ, ਫਿਰ ਬੰਦੇ ਨੂੰ ਪਤਾ ਲੱਗਦਾ ਹੈ ਮੇਰੇ ਅੰਦਰ ਹੀ ਵਾਹਿਗੁਰੂ ਹੈ, ਮੇਰੇ ਅੰਦਰ ਹੀ ਪਰਮੇਸ਼ਰ ਹੈ। ਪਿਆਰਿਓ, ਜਿੰਨਾ ਚਿਰ ਤੱਕ ਇਹ ਅਵਸਥਾ ਨਹੀਂ ਬਣਦੀ ਉਹਨਾਂ ਚਿਰ ਤੱਕ ਬੰਦਾ ਭਟਕਦਾ ਹੀ ਰਹਿੰਦਾ, ਭਟਕਦਾ ਰਹਿੰਦਾ। ਤੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵਾਹਿਗੁਰੂ ਅੰਦਰ ਹੀ ਹੈ, ਉਹਦੇ ਚਾਨਣ ਦੇ ਨਾਲ ਅਗਿਆਨ ਨਾਸ ਹੋਣਾ, ਉਹ ਫਿਰ ਟਿਕ ਜਾਂਦੇ ਹੈ, ਉਹਨਾਂ ਦੀ ਭੱਜ ਦੌੜ ਮੁੱਕ ਜਾਂਦੀ ਹੈ। ਸੋ ਕਵੀ ਜੀ ਕਹਿੰਦੇ ਹੈ ਜਿਵੇਂ ਰੱਸੀ ਸੱਪ ਲੱਗਦੀ ਹੈ, ਭੁਲੇਖਾ ਹੀ ਰਹਿੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਚਾਨਣ ਜਿੰਨਾ ਚਿਰ ਅੰਦਰ ਨਹੀਂ ਹੁੰਦਾ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਵਾਹਿਗੁਰੂ ਮੇਰੇ ਅੰਦਰ ਹੀ ਹੈ। ਹਾਂਜੀ। ਦੋਹਰਾ ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ। ਬਸ ਆਹ ਦੋਹਰਾ ਕਹਿ ਕੇ ਆਪਾਂ ਸਮਾਪਤੀ ਕਰੀਏ। ਕਵੀ ਜੀ ਲਿਖਦੇ ਆ ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ। ਜਗਤ ਵਿੱਚ ਤਿੰਨ ਚੀਜ਼ਾਂ ਹੀ, ਪੰਜ ਚੀਜ਼ਾਂ ਹਨ। ਇੱਕ ਸਤ ਚੇਤਨ ਆਨੰਦ, ਇੱਕ ਹੋ ਗਿਆ ਸਤ, ਦੂਜੀ ਚੇਤਨ ਤੇ ਤੀਜਾ ਆਨੰਦ। ਇਹਨੂੰ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਜੀ ਕਹਿੰਦੇ ਸਤ ਸੁਹਾਣ ਸਦਾ ਮਨ ਚਾਓ। ਸਤ ਚੇਤਨ ਆਨੰਦ ਇੱਕ ਰਸ ਵਿੱਚ ਰਹਿਣ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੈ। ਤੇ ਦੋ ਚੀਜ਼ਾਂ ਹੋਰ ਨੇ, ਇੱਕ ਹੈ ਨਾਮ, ਇੱਕ ਹੈ ਰੂਪ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਨਾਮ ਕੀ ਹੈ? ਸਾਡਾ ਨਾਮ ਇੱਕ ਦੂਜੇ ਦਾ, ਤੇ ਰੂਪ ਕਿਸੇ ਦਾ ਗੋਰਾ ਕਿਸੇ ਦਾ ਕਾਲਾ। ਇਹ ਜਗਤ 'ਚ ਪੰਜ ਚੀਜ਼ਾਂ ਨੇ। ਸਤ ਸਦਾ ਰਹਿਣ ਵਾਲਾ, ਚੇਤਨ ਸਾਰਿਆਂ ਨੂੰ ਚਲਾਉਣ ਫਿਰਾਉਣ ਵਾਲਾ, ਆਨੰਦ ਸਰੂਪ ਵਾਹਿਗੁਰੂ ਹੈ। ਤੇ ਸਾਧ ਸੰਗਤ ਦੀ ਇੱਕ ਹੈ ਨਾਮ, ਸਾਰਿਆਂ ਦੀ ਨਾਮਾਂ ਕਰਕੇ ਪਛਾਣ ਹੈ। ਤੇ ਇੱਕ ਹੈ ਰੂਪ, ਕਿਸੇ ਦਾ ਗੋਰਾ ਕਿਸੇ ਦਾ ਕਾਲਾ। ਕਹਿੰਦੇ ਇਹ ਪੰਜ ਚੀਜ਼ਾਂ ਹਨ ਸੰਸਾਰ ਵਿੱਚ। ਸੰਤ ਦੁਹਨ ਔਰ ਪਰ ਹਰੈ ਤਿੰਨ ਤੀਨੋਂ ਕੋ ਸੰਚ। ਜਿਹੜੇ ਸੰਤ ਹੈ ਨਾ ਉਹ ਦੋ ਚੀਜ਼ਾਂ ਛੱਡ ਦਿੰਦੇ ਆ, ਤਿੰਨਾਂ ਨੂੰ ਗ੍ਰਹਿਣ ਕਰ ਲੈਂਦੇ ਆ। ਸੰਤ ਦੋ ਚੀਜ਼ਾਂ ਨੂੰ ਛੱਡਦੇ। ਕਿਹੜੀਆਂ ਦੋ ਚੀਜ਼ਾਂ ਨੂੰ? ਨਾਮ ਤੇ ਰੂਪ ਨੂੰ ਛੱਡ ਦਿੰਦੇ ਆ ਤੇ ਤਿੰਨਾਂ ਨੂੰ ਗ੍ਰਹਿਣ ਕਰ ਲੈਂਦੇ ਆ। ਸਤ ਚੇਤਨ ਆਨੰਦ ਨੂੰ ਗ੍ਰਹਿਣ ਕਰ ਲੈਂਦੇ ਆ, ਸਤ ਨਾਲ ਹੀ ਜੁੜ ਜਾਂਦੇ ਆ। ਪਰਮੇਸ਼ਰ ਸਤ ਹੈ ਨਾ, ਪਰਮੇਸ਼ਰ ਦੇ ਨਾਲ ਜੁੜ ਜਾਂਦੇ ਆ। ਚੇਤਨ ਸਾਰਿਆਂ ਨੂੰ ਚਲਾਉਣ ਵਾਲਾ ਵਾਹਿਗੁਰੂ ਹੈ, ਉਹਦੇ ਨਾਲ ਜੁੜ ਜਾਂਦੇ ਆ। ਤੇ ਅਸਲ ਜਿਹੜਾ ਆਨੰਦ ਹੀ ਆਨੰਦ ਹੈ ਉਹਦੇ ਨਾਲ ਜੁੜ ਜਾਂਦੇ ਆ। ਇਹਨਾਂ ਤਿੰਨ ਚੀਜ਼ਾਂ ਨਾਲ ਜੁੜ ਜਾਂਦੇ, ਭਾਵ ਰੱਬ ਨਾਲ ਜੁੜ ਜਾਂਦੇ ਆ, ਰੂਪ ਰੰਗ ਛੱਡ ਦਿੰਦੇ ਆ। ਤੇ ਆਸਾ ਦੀ ਵਾਰ ਵਿੱਚ ਸਤਿਗੁਰੂ ਬਾਣੀ 'ਚ ਕਿਰਪਾ ਕਰਦੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕੱਪੜਾ ਰੂਪ ਛੱਡ ਦਿੰਦੇ ਆ ਸੰਤ, ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਲਾਉਂਦੇ। ਉਹ ਗੋਰਾ ਹੈ, ਇਹ ਕਾਲਾ ਹੈ। ਸੰਤ ਨਾਮਾਂ ਵੱਲ ਧਿਆਨ ਨਹੀਂ ਦਿੰਦੇ। ਇਹ ਸੰਸਾਰ ਦੀ ਖੇਡ ਹੈ ਨਾ, ਰੂਪ ਨਾਮ ਇਹ ਸੰਸਾਰ ਦੀ ਖੇਡ ਹੈ। ਤੇ ਸੰਤ ਨਾਮ ਦੀ ਖੇਡ ਨਾਲ ਜੁੜ ਜਾਂਦੇ ਆ। ਤੇ ਉਹ ਨਾਮ ਸਤ ਚੇਤਨ ਆਨੰਦ ਜੋ ਪਰਮੇਸ਼ਰ ਹੈ, ਉਹਦੇ ਗੁਣ ਕਵੀ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਚ ਗ੍ਰੰਥ ਦੀ ਕਥਾ ਤੋਂ ਪਹਿਲਾਂ ਉਚਾਰਨ ਕੀਤੇ ਆ। ਅੱਗੋਂ ਹੁਣ 10 ਗੁਰੂਆਂ ਦੇ ਮੰਗਲ ਕਰਕੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਕਵੀ ਸੰਤੋਖ ਸਿੰਘ ਜੀ ਉਚਾਰਨ ਕਰਨਗੇ। ਜਿਉਂ-ਜਿਉਂ ਉਚਾਰਨ ਕਰਨਗੇ ਆਪਾਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਇਸ ਸਥਾਨ 'ਤੇ ਬੈਠ ਕੇ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਗੋਂ ਫਿਰ ਜਿਵੇਂ ਜਿਵੇਂ ਕਵੀ ਜੀ ਲਿਖਣਗੇ ਮਹਾਰਾਜ ਕਿਰਪਾ ਕਰਨ ਆਪਾਂ ਸਰਵਣ ਕਰੀ ਚੱਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।